Good morning, students. This is Rajbrinder from Karnanik Public Senior Secondary School रैया। ਬੱਚਿਓ ਆਪਾਂ +1 ਕਲਾਸ ਦੀ ਕੈਮਿਸਟਰੀ ਕਰਦੇ ਪਏ ਹਾਂ। ਯੂਨਿਟ ਹੈਗਾ ਵਾ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ। ਪਹਿਲਾ ਯੂਨਿਟ ਹੀ ਹੈ ਇਹ ਸਾਡੀ ਕੈਮਿਸਟਰੀ ਦਾ। ਆਪਾਂ ਲਾਸਟ ਟੌਪਿਕ ਸਟਾਰਟ ਕੀਤਾ ਹੀ ਲਾ ਆਫ ਕੈਮੀਕਲ ਕੰਬੀਨੇਸ਼ਨ। ਇਹਦੇ ਟੋਟਲ 5 ਲਾ ਨੇ। ਪਹਿਲਾ ਲਾ ਹੈਗਾ ਹੀ law of conservation of mass, law of conservation of mass अपना ये कंप्लीट हो गया ही। एग्जाम्पल्स भी आप दो देख लिया ही, समझ आ जाना चाहिए ही। सैकेंड हैगा ही law of constant composition, law of constant composition, कंपोजिशन ये भी समझ आ जाना चाहिए ही। थर्ड हैगा ही law of मल्टीपल प्रपोर्शन, मल्टीपल प्रपोर्शन ये भी आप कंप्लीट कर लिया। फोर्थ हैगा ही लॉ ऑफ रेसिप्रोकल प्रपोर्शन, रेसिप्रोकल प्रपोर्शन ये भी आप कंप्लीट कर लिया। हुण फिफ्थ जिहड़ा आप कर लगे हैं, फिफ्थ हैगा लास्ट। इन्हां 5 सी टोटल 4 तो अपने हो गए। फिफ्थ लास्ट लॉ वा कैमिकल कंबीनेशन हैडिंग दे अंडर गे लूसैक्स लॉ ऑफ कंबाइनिंग वॉल्यूम, गे लूसैक्स लॉ ऑफ कंबाइनिंग वॉल्यूम, कंबाइनिंग वॉल्यूम। ठीक है, एग्जाम्पल पहलों देखो यदी, फिर यदी वर्डिंग लिख लेने आ। जेकर मैं कहां मेरे को एक रिएक्टेंट आ हाइड्रोजन, दूसरा रिएक्टेंट आ क्लोरीन। हाइड्रोजन एक गैस आ, क्लोरीन एक गैस आ, दोनों जुड़े हाइड्रोजन क्लोराइड गैस बन गई। हाइड्रोक्लोरिक एसिड उदों कहीदा जदों ये एक्वस फॉर्म दे विच होवे, जे गैसीਅस फॉर्म दे विच आ फिर आपां इहनूं बोलांगे हाइड्रोजन क्लोराइड गैस। हुण आ वेखो इहदे किन्ने मॉलीक्यूल आ, एक एटम दो ने, मॉलीक्यूल तो एक ही आ। ਇਹਦੇ ਅੱਗੇ ਕੀ ਲੱਗਾ ਇੱਕ ਮੋਲੀਕਿਊਲ, ਇਹਦੇ ਮੋਲੀਕਿਊਲ ਕਿੰਨੇ ਬਣੇ 2। ਤੇ ਸਾਰੇ ਵੇਖੋ ਜੇ ਮੈਂ ਰੇਸ਼ੋ ਵਿੱਚ ਲਿਖਾਂ ਤੇ ਇਹ ਹੋਲ ਨੰਬਰ ਹੀ ਆ, ਕੋਈ ਫ੍ਰੈਕਸ਼ਨ ਵਿੱਚ ਨਹੀਂ ਆਉਂਦਾ, ਡੈਸੀਮਲ ਵਿੱਚ ਨਹੀਂ ਆਉਂਦਾ। ਬਸ ਆਪਾਂ ਇਹੋ ਹੀ ਕਹਿਣਾ ਜੇਕਰ ਕੁਝ ਗੈਸਿਸ ਕੰਬਾਈਨ ਹੋ ਕੇ ਕੋਈ ਤੀਸਰੀ ਗੈਸ ਬਣਾਉਂਦੀਆਂ ਵਾ ਤੇ ਸਾਰੇ ਰਿਐਕਟੈਂਟ ਇਧਰਲੀ ਸਾਈਡ ਨੂੰ ਆਪਾਂ ਕੀ ਕਵਾਂਗੇ ਰਿਐਕਟੈਂਟ ਤੇ ਦੂਸਰੀ ਸਾਈਡ ਨੂੰ ਆਪਾਂ ਕੀ ਕਵਾਂਗੇ ਪ੍ਰੋਡਕਟ। ਆਪਾਂ ਕੀ ਕਿਹਾ ਜੇਕਰ ਗੈਸਿਸ ਕੰਬਾਈਨ ਹੋ ਕੇ ਕੋਈ ਹੋਰ ਗੈਸ ਬਣਾਉਂਦੀਆਂ ਵਾ, ਰਿਐਕਟੈਂਟ ਤੇ ਪ੍ਰੋਡਕਟ ਬੀਅਰ ਕਰਦੇ ਆ ਹੋਲ ਨੰਬਰ ਰੇਸ਼ੋ। ਰਿਐਕਟੈਂਟ ਤੇ ਪ੍ਰੋਡਕਟ ਦੀ ਰੇਸ਼ੋ ਕਿਹੜੀ ਹੁੰਦੀ ਆ ਹੋਲ ਨੰਬਰ ਰੇਸ਼ੋ। ਆਪਾਂ ਕੀ ਕਵਾਂਗੇ ਅਕੋਰਡਿੰਗ ਟੂ ਦਿਸ ਲਾ, ਅਕੋਰਡਿੰਗ ਟੂ ਦਿਸ ਲਾ ਇਫ ਟੂ ਗੈਸਿਸ combine to give a third gas, then all the reactants and product give ਜਾਂ bear a whole number ratio to each other। ਇਹ ਇਹਦੀ ਸਟੇਟਮੈਂਟ ਹੋ ਗਈ ਤੇ ਉੱਪਰ ਇਹਦੀ ਐਗਜ਼ਾਮਪਲ ਹੋ ਗਈ। ਹੋਰ ਆਪਾਂ ਜੇਕਰ ਹੋਰ ਦੇਖਣਾ ਹੋਵੇ ਇੱਕ ਤੇ ਇਹਦੇ ਇਹ ਜਿਹੜਾ ਲਾ ਨਾ ਇਹ ਬਰਜ਼ੀਲੀਅਸ ਹਾਈਪੋਥੀਸਿਸ ਤੋਂ ਆਇਆ ਜੇ। ਠੀਕ ਆ, ਇਹ ਚੀਜ਼ ਜੇ ਯਾਦ ਰੱਖਣੀ ਰੱਖ ਲਓ। ਬਰਜ਼ੀਲੀਅਸ ਹਾਈਪੋਥੀਸਿਸ ਸਾਡੇ ਸਿਲੇਬਸ ਨਹੀਂ ਹੈਗਾ ਤੇ ਉਹਨੂੰ ਐਕਸਪਲੇਨ ਨਹੀਂ ਕਰਾਂਗੇ, ਉਹ ਬੜੀ ਵੱਡੀ ਚੀਜ਼ ਹੈ। ਮੈਂ ਸਿੱਧਾ ਲਿਖਾ ਦਿੰਦਾ ਜੇ ਤੇ ਯਾਦ ਰਹਿੰਦਾ ਵਾ। ਦਿਸ ਲਾ ਇਜ਼ ਡਰਾਈਵਡ ਫਰੋਮ ਬਰਜ਼ੀਲੀਅਸ ਹਾਈਪੋਥੀਸਿਸ। ਹਾਈਪੋਥੀਸਿਸ ਹੁੰਦੀ ਆ ਕਲਪਨਾ ਕਰਨਾ ਵੀ ਇੱਦਾਂ ਹੋ ਸਕਦਾ ਵਾ, ਹਾਈਪੋਥੈਟੀਕਲ ਵਿਊ ਦੇਣਾ। ਤੇ ਕਿਸੇ ਨੇ ਕੁਝ ਹਾਈਪੋਥੀਸਿਸ ਕੀਤੀਆਂ ਨੇ, ਉਹ ਬਰਜ਼ੀਲੀਅਸ ਸਾਇੰਟਿਸਟ ਦਾ ਨਾਮ ਹੀ ਆ, ਉਹਦੀ ਹਾਈਪੋਥੀਸਿਸ ਤੋਂ ਹੀ ਇਹ ਬਣਿਆ ਇਹ ਲਾ ਜਿਹੜਾ ਹੈਗਾ। ਠੀਕ ਹੈ, ਇੱਥੇ ਆਪਣੇ 5 ਲਾ ਕੰਪਲੀਟ ਹੁੰਦੇ ਆ। ਲਾ ਆਫ ਕੰਜ਼ਰਵੇਸ਼ਨ ਆਫ ਮਾਸ, ਲਾ ਆਫ कॉन्सटेंट कंपोजिशन, डेफिनेट प्रपोर्शन, रेसिप्रोकल वाला ते एक अज आपां कीता गे लूसैक्स लॉ ऑफ कंबाइनिंग वॉल्यूम। हुण अपना नैक्सट टॉपिक स्टार्ट हुंदा वा डाल्टन दी थ्योरी। शायद तुसीं ये ना सुनिया होवे, 8th क्लास विच 9th 10th तिन्नां क्लासां चों किते मेरे ख्याल 9th विच आए।
ਇਹ ਹੈਗਾ ਵਾ ਡਾਲਟਨਸ ਅਟੋਮਿਕ ਥਿਊਰੀ। ਡਾਲਟਨ ਸਾਇੰਟਿਸਟ ਆ। ਡਾਲਟਨ ਦੇ ਅਕੋਰਡਿੰਗ ਐਟਮ ਕੀ ਚੀਜ਼ ਆ, ਕਿੱਦਾਂ ਦਾ ਹੁੰਦਾ। ਕੁਝ ਉਹਦੇ ਪੋਸਚੂਲੇਟਸ ਆ। ਪੋਸਚੂਲੇਟਸ ਪੁਆਇੰਟ ਨੇ, ਕੁਝ ਪੋਸਚੂਲੇਟ ਉਹਨਾਂ ਨੂੰ ਕਹੀਦਾ ਜਿਨ੍ਹਾਂ ਦਾ ਪ੍ਰੂਫ ਨਾ ਹੋਵੇ। ਹੈਵਿੰਗ ਨੋ ਪ੍ਰੂਫ, ਕੋਈ ਐਵੀਡੈਂਸ ਨਾ ਹੋਵੇ, ਕੋਈ ਸਬੂਤ ਨਾ ਹੋਵੇ, ਕੋਈ ਪ੍ਰੂਫ ਨਾ ਹੋਵੇ, ਉਹ ਜਿਹੜੇ ਪੁਆਇੰਟ ਹੁੰਦੇ ਉਹਨਾਂ ਨੂੰ ਆਪਾਂ ਪੋਸਚੂਲੇਟਸ ਕਹੀਦਾ। ਪਹਿਲਾ ਪੋਸਚੂਲੇਟ ਇਹਦਾ ਕੀ ਸੀ? ਇਹ ਕਹਿੰਦਾ ਸੀ ਵੀ ਜਿਹੜਾ ਵੀ ਮੈਟਰ ਆ ਉਹਦੇ ਵਿੱਚ ਇੱਕ ਜਿੱਦਾਂ ਕਿਤਾਬ ਆ, ਕਿਤਾਬ ਦੇ ਨਿੱਕੇ ਨਿੱਕੇ ਟੁਕੜੇ ਕਰੀ ਜਾਓ, ਇੱਕ ਅਜਿਹਾ ਟੁਕੜਾ ਹੋਣਾ ਜਿਹਨੂੰ ਅੱਗੇ ਨਾ ਤੋੜ ਸਕੋ, ਉਹਨੂੰ ਆਪਾਂ ਐਟਮ ਕਵਾਂਗੇ। ਪਹਿਲਾ ਪੋਸਚੂਲੇਟ ਇਹ ਕੀ ਕਹਿੰਦਾ ਸੀ? ਆਲ ਮੈਟਰ ਕੰਸਿਸਟ of small indivisible ਵੀ ਕਹਿ ਸਕਦੇ ਹਾਂ ਪਾਰਟੀਕਲ ਕਾਲਡ ਐਟਮ। ਮੈਟਰ ਬਾਰੇ ਤੁਹਾਨੂੰ ਮੈਂ ਦੱਸਿਆ ਸੀ, ਉਹ ਚੀਜ਼ ਜਿਹੜੀ ਸਾਨੂੰ ਦਿਖਦੀ ਆ ਉਹਦੇ ਛੋਟੇ ਛੋਟੇ ਟੁਕੜੇ ਕਰੀ ਜਾਓ, ਇੱਕ ਟੁਕੜਾ ਉਹ ਹੋਣਾ ਜਿਹਨੂੰ ਅੱਗੇ ਨਾ ਤੋੜ ਸਕੋ, ਉਹਨੂੰ ਆਪਾਂ ਐਟਮ ਕਹੀਦਾ। ਸੈਕਿੰਡ, ਐਟਮਸ ਆਫ ਸੇਮ ਐਲੀਮੈਂਟਸ ਆਰ ਸੇਮ ਐਲੀਮੈਂਟਸ ਦੇ ਐਟਮ ਕੀ ਹੁੰਦੇ? ਸੇਮ। ਜਿੱਦਾਂ ਹਾਈਡਰੋਜਨ ਦੋਨੋਂ ਸੇਮ ਨੇ, ਐਟਮਸ ਵੀ ਸੇਮ ਹੋਣਗੇ। ਗੈਸ਼ੀਅਸ ਹਾਈਡਰੋਜਨ ਗੈਸ ਹੈ, ਕਲੋਰੀਨ ਇੱਕ ਗੈਸ ਆ, ਨੇਚਰ ਸੇਮ ਰੱਖਦਾ ਅਤੇ ਐਟਮਸ ਵੀ ਕਿਤੇ ਨਾ ਕਿਤੇ ਇਹਨਾਂ ਦੇ ਸੇਮ ਹੋਣਗੇ। ਡਿਫਰੈਂਟ ਹੁੰਦੇ, ਜਿੱਦਾਂ ਹਾਈਡਰੋਜਨ ਅਤੇ ਆਇਰਨ। ਹਾਈਡਰੋਜਨ ਗੈਸ ਆ, ਆਇਰਨ ਸੋਲਿਡ ਆ, ਅਤੇ ਦੋਵੇਂ ਡਿਫਰੈਂਟ ਨੇ ਅਤੇ ਐਟਮ ਵੀ ਡਿਫਰੈਂਟ ਹੋਣਗੇ। ਐਟਮਸ ਆਫ ਡਿਫਰੈਂਟ ਐਲੀਮੈਂਟ ਆਰ ਡਿਫਰੈਂਟ ਦੇ ਕੀ ਹੋ ਗਏ? ਡਿਫਰੈਂਟ। ਅਤੇ ਉਸ ਤੋਂ ਬਾਅਦ ਹੋਰ ਆਪਾਂ ਕੀ ਕਹਿ ਸਕਦੇ ਹਾਂ? ਜਿੱਦਾਂ ਆਪਾਂ ਕਿਹਾ ਵੀ ਐਟਮ ਜਿਹੜਾ ਵਾ ਉਹ ਟੁੱਟਦਾ ਨਹੀਂ ਅੱਗੇ, ਫਿਰ ਆਪਾਂ ਇੱਕ ਗੱਲ ਹੋਰ ਕਹਿ ਸਕਦੇ ਹਾਂ ਵੀ ਐਟਮ ਸਭ ਤੋਂ ਛੋਟਾ ਹੁੰਦਾ ਵਾ ਜਿਹੜਾ ਰਿਐਕਸ਼ਨ 'ਚ ਪਾਰਟੀਸਪੇਟ ਕਰਦਾ। ਐਟਮ ਇਜ਼ ਸਮੈਲੈਸਟ ਯੂਨਿਟ that takes part in chemical reaction। ਕੈਮੀਕਲ ਰਿਐਕਸ਼ਨ ਦੇ ਵਿੱਚ ਐਟਮ ਆਪਣਾ ਹਿੱਸਾ ਪਾਉਂਦਾ ਵਾ। that takes part in chemical reaction। ਹੋਰ ਆਪਾਂ ਕੀ ਕਹਿ ਸਕਦੇ ਹਾਂ? ਐਟਮ ਜਿਹੜਾ ਐਟਮਸ ਆਫ 2 or more same kind or different kind of atom combine to form compound। ਬਿਲਕੁਲ, ਦੋ ਐਟਮ ਰਲ ਕੇ ਮੋਲੀਕਿਊਲ ਬਣਾ ਸਕਦੇ, ਅਤੇ ਜੇ ਮੋਲੀਕਿਊਲ ਦੇ ਵਿੱਚ ਐਟਮ ਦੀ ਰੇਸ਼ੋ ਸੇਮ ਅਤੇ ਉਹਨੂੰ ਕੰਪਾਊਂਡ ਕਵਾਂਗੇ। ਆਪਾਂ ਕੀ ਕਵਾਂਗੇ? 2 or more same or different kind of atom combine to form molecule ਕਹਿ ਲਓ, ਕੰਪਾਊਂਡ ਕਹਿ ਲਓ। ਅਤੇ ਐਟਮ ਨੂੰ ਤੋੜ ਨਹੀਂ ਸਕਦੇ ਆਪਾਂ, ਨਾ ਹੀ ਆਪਾਂ ਐਟਮ ਖੁਦ ਕ੍ਰੀਏਟ ਕਰ ਸਕਦੇ, ਬਣਾ ਸਕਦੇ ਹਾਂ। ਐਟਮਸ ਕੈਨ ਨਾਈਦਰ ਬੀ ਕ੍ਰੀਏਟਿਡ ਨੋਰ ਡੈਸਟਰੋਇਡ, ਨਾ ਹੀ ਆਪਾਂ ਇਹਨੂੰ ਤੋੜ ਸਕਦੇ ਹਾਂ। ਹੋਰ ਆਪਾਂ ਕੀ ਕਹਿ ਸਕਦੇ ਹਾਂ? ਵੈਸੇ ਤਾਂ 6 ਪੁਆਇੰਟ ਹੀ ਬਹੁਤ ਨੇ, ਇੱਕ ਹੋਰ ਇਹਦਾ ਲਿਖ ਦਿੰਦਾ ਵਾ। ਇਨ ਐਨੀ ਕੈਮੀਕਲ ਰਿਐਕਸ਼ਨ ਓਨਲੀ ਕੰਬੀਨੇਸ਼ਨ ਦੇਖੋ, ਜੁੜਨਾ, ਸੈਪਰੇਟ ਹੋਣਾ, ਅਲੱਗ ਹੋਣਾ, ਅਤੇ ਅਦਲਾ ਬਦਲੀ ਕਰਨੀ, ਰੀਅਰੇਂਜ ਹੋਣਾ, ਇਹ ਕਿੰਨਾ ਦਾ ਹੁੰਦਾ? ਸਿਰਫ ਅਤੇ ਸਿਰਫ ਐਟਮਸ ਦਾ। ਰਿਐਕਸ਼ਨ ਦੇ ਵਿੱਚ ਐਟਮ ਹੀ ਆਪਣਾ ਪੂਰਾ ਹਿੱਸਾ ਪਾਉਂਦੇ ਨੇ। ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ ਚੀਜ਼ਾਂ ਜੁੜਦੀਆਂ, ਸੈਪਰੇਟ ਹੁੰਦੀਆਂ, ਰੀਅਰੇਂਜਮੈਂਟ ਹੁੰਦੀਆਂ ਸਿਰਫ ਅਤੇ ਸਿਰਫ ਐਟਮਸ ਦੇ ਕਾਰਨ। ਠੀਕ ਹੈ, ਥੈਂਕ ਯੂ ਜੀ।